ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਇਹ ਵਾਲੀ ਸਾਖੀ ਭਾਈ ਵਾਲੇ ਵਾਲੀ ਸਾਖੀ ਦੇ ਵਿੱਚੋਂ ਲਈ ਗਈ ਹੈ। ਜਿਸ ਵੇਲੇ ਗੁਰੂ ਜੀ ਕੀੜੀ ਦੇ ਰਾਜ ਵਿੱਚ ਗਏ ਸੀ, ਉਸ ਸਮੇਂ ਦੀ ਸਾਖੀ ਹੈ। ਸਾਖੀ ਨੂੰ ਤੁਸੀਂ ਜ਼ਰੂਰ ਪਿਆਰ ਦੇ ਨਾਲ ਸਰਵਣ ਕਰਿਓ। ਗੁਰੂ ਪਿਆਰਿਓ, ਇੱਕ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਂਦੇ ਜਾਂਦੇ ਕੀੜੀ ਦੇ ਰਾਜ ਦੇ ਵਿੱਚ ਜਾ ਪ੍ਰਾਪਤ ਹੋਏ। ਜਦੋਂ ਭਾਈ ਮਰਦਾਨੇ ਜੀ ਨੇ ਦੇਖਿਆ ਕਿ ਸਭ ਰੁੱਖ ਦਰਖਤ ਕਾਲੇ ਹੀ ਕਾਲੇ ਨਜ਼ਰ ਆਉਂਦੇ ਹਨ, ਤਾਂ ਭਾਈ ਮਰਦਾਨਾ ਜੀ ਡਰ ਗਿਆ ਤੇ ਕਹਿਣ ਲੱਗਾ, ਗੁਰੂ ਜੀ ਇੱਥੋਂ ਚਲੋ, ਅਸਾਂ ਇੰਨੀ ਕਾਲੀ ਧਰਤੀ ਕਦੇ ਨਹੀਂ ਦੇਖੀ, ਇਸ ਕਾਲ ਤੋਂ ਨਿਕਲ ਚਲੀਏ। ਤਾਂ ਗੁਰੂ ਜੀ ਨੇ ਕਿਹਾ, ਮਰਦਾਨਿਆ, ਇਹ ਦੇਸ਼ ਕੀੜੀ ਦਾ ਹੈ ਤੇ ਕੀੜੀ ਦੀ ਪਾਤਸ਼ਾਹੀ ਹੈ। ਜੇ ਕੋਈ ਪੰਛੀ ਦਾ ਬੱਚਾ ਵੀ ਆ ਜਾਵੇ ਤਾਂ ਇਹ ਖਾ ਜਾਂਦੀਆਂ ਹਨ। ਮਰਦਾਨੇ ਤੇਰੇ ਨੇੜੇ ਕੋਈ ਨਹੀਂ ਆਉਂਦਾ। ਫਿਰ ਭਾਈ ਮਰਦਾਨੇ ਜੀ ਨੇ ਕਿਹਾ ਕਿ ਗੁਰੂ ਜੀ, ਅੱਗੇ ਵੀ ਇਸ ਦੇਸ਼ ਦੇ ਵਿੱਚ ਕੋਈ ਆਇਆ ਹੈ ਕਿ ਨਹੀਂ? ਫਿਰ ਗੁਰੂ ਜੀ ਨੇ ਆਖਿਆ, ਮਰਦਾਨਿਆ, ਇੱਕ ਸਮੇਂ ਇੱਕ ਰਾਜਾ ਇੱਥੇ ਆਇਆ ਸੀ, ਪਰ ਉਸ ਰਾਜੇ ਦੀ ਫੌਜ 92 ਕੂਣੀਆਂ ਲਸ਼ਕਰ ਸੀ ਅਤੇ 21 ਰਾਜਾਂ ਦੇ ਉੱਪਰ ਉਸਨੇ ਚੜ੍ਹਾਈ ਕੀਤੀ। ਸੋ ਚੱਲਦਾ ਚੱਲਦਾ ਇਸ ਦੇਸ਼ ਦੇ ਵਿੱਚ ਆ ਗਿਆ ਤਾਂ ਉਸ ਰਾਜੇ ਨੂੰ ਅੱਗਿਓਂ ਕੀੜੀ ਆ ਮਿਲੀ ਤੇ ਆਖਣ ਲੱਗੀ, ਹੇ ਰਾਜਾ, ਅੱਵਲ ਤਾਂ ਇਸ ਨਗਰ ਦੇ ਵਿੱਚੋਂ ਤੂੰ ਚਲਿਆ ਜਾ। ਜੇਕਰ ਤੂੰ ਇਸ ਦੇਸ਼ ਵਿੱਚੋਂ ਨਹੀਂ ਜਾਣਾ ਚਾਹੁੰਦਾ ਹੈ ਤਾਂ ਮੇਰੀ ਆਗਿਆ ਮੰਨ ਕੇ ਜਾ। ਤਾਂ ਰਾਜੇ ਆਖਿਆ, ਕੀੜੀ ਕਿਉਂ? ਫਿਰ ਕੀੜੀ ਨੇ ਆਖਿਆ, ਰਾਜਾ ਤੂੰ ਮੇਰੀ ਰੋਟੀ ਖਾ ਕੇ ਜਾ। ਤਾਂ ਰਾਜੇ ਆਖਿਆ, ਮੈਂ 92 ਕੂਣੀਆਂ ਦਾ ਰਾਜਾ ਹਾਂ। ਗੁਰੂ ਪਿਆਰਿਓ, ਕੂਣੀ ਦਾ ਮਤਲਬ ਵੱਡੀ ਗਿਣਤੀ ਵਿੱਚ ਹਾਥੀ ਘੋੜੇ ਪੈਦਲ ਸਿਪਾਹੀ ਦੀ ਫੌਜ। ਰਾਜੇ ਆਖਿਆ, ਮੈਂ 92 ਕੂਣੀਆਂ ਦਾ ਰਾਜਾ ਹਾਂ, ਮੈਂ ਰੋਟੀ ਕਿਸ ਤਰ੍ਹਾਂ ਖਾਵਾਂ? ਫਿਰ ਕੀੜੀ ਨੇ ਕਿਹਾ, ਹੇ ਰਾਜਾ, ਨਹੀਂ ਤਾਂ ਯੁੱਧ ਕਰਕੇ ਜਾ। ਤਾਂ ਫਿਰ ਰਾਜੇ ਆਖਿਆ, ਭਲਾ ਹੋਵੇ ਕੀੜੀ, ਤੂੰ ਕੀ ਯੁੱਧ ਕਰੇਂਗੀ? ਤਾਂ ਰਾਜੇ ਨੇ ਹੁਕਮ ਕੀਤਾ, ਭਾਈ ਤਕੜੇ ਹੋ ਜਾਓ। 92 ਕੂਣੀਆਂ ਨੂੰ ਹੁਕਮ ਕੀਤਾ, ਕੀੜੀ ਨਾਲ ਲੜੋ। ਰਾਜੇ ਦੇ ਲਸ਼ਕਰ ਲੱਗੇ ਕੀੜੀਆਂ ਨੂੰ ਲਤਾੜਨ ਤੇ ਮਾਰਨ। ਉਸ ਵਕਤ ਕੀੜੀਆਂ ਪਤਾਲ ਵਿੱਚ ਜਾ ਕੇ ਬਿੱਖ ਲੈ ਆਈਆਂ ਤੇ ਉਹ ਬਿੱਖ ਜਿਸ ਦੇ ਪੱਲੇ ਨੂੰ ਜਾਂ ਬਦਨ ਨੂੰ ਲਾਉਣ, ਉਹ ਮਰ ਜਾਵੇ। ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਮਰਦਾਨਿਆ, 92 ਕੂਣੀਆਂ ਸੈਨਾ ਸਭ ਮਰ ਗਈਆਂ। ਪਰਮੇਸ਼ਰ ਦੀ ਆਗਿਆ ਨਾਲ ਇੱਕ ਰਾਜਾ ਹੀ ਰਹਿ ਗਿਆ। ਤਾਂ ਉਸ ਕੀੜੀ ਨੇ ਕਿਹਾ, ਕਿਉਂ ਰਾਜਾ, ਹੁਣ ਕੀ ਖਬਰ ਹੈ? ਹੁਣ ਤੂੰ ਮੇਰੀ ਰੋਟੀ ਨੂੰ ਮੰਨੂਗਾ? ਫਿਰ ਰਾਜਾ ਕੀੜੀ ਦੇ ਮੂਹਰੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਿਹਾ, ਭਲਾ ਹੋਵੇ ਜੀ। ਫਿਰ ਕੀੜੀ ਨੇ ਹੁਕਮ ਕੀਤਾ, ਤੁਸੀਂ ਪਤਾਲ ਜਾ ਕੇ ਅੰਮ੍ਰਿਤ ਲਿਆਓ। ਤਾਂ ਸਭ ਕੀੜੀਆਂ ਪਤਾਲ ਵਿੱਚ ਜਾ ਕੇ ਅੰਮ੍ਰਿਤ ਲੈ ਆਈਆਂ। ਉਹ ਅੰਮ੍ਰਿਤ ਜਿਸ ਦੇ ਨਾਲ ਵੀ ਲਾਉਣ, ਉਹ ਉੱਠ ਕੇ ਖੜਾ ਹੋ ਜਾਵੇ। ਇਸ ਤਰ੍ਹਾਂ ਸਾਰੇ ਲਸ਼ਕਰ ਉੱਠ ਕੇ ਖੜੇ ਹੋ ਗਏ। ਇਹ ਸਭ ਦੇਖ ਕੇ ਰਾਜਾ ਬੜਾ ਹੈਰਾਨ ਹੋਇਆ ਤੇ ਪਰਮੇਸ਼ਰ ਦੀ ਆਗਿਆ ਨਾਲ ਰਾਜਾ ਉਸ ਕੀੜੀ ਦੀ ਰੋਟੀ ਖਾਣ ਚੱਲਿਆ ਤੇ ਸਭ ਲਸ਼ਕਰ ਨੂੰ ਨਾਲ ਲੈ ਗਿਆ। ਰਾਜੇ ਦੀਆਂ 92 ਕੂਣੀਆਂ ਸੈਨਾ ਸਭ ਰੋਟੀ ਖਾ ਕੇ ਰੱਜ ਗਏ। ਪਰ ਰਾਜੇ ਨੂੰ ਜੋ ਰੋਟੀ ਮਿਲੀ ਉਹ ਠੰਡੀ ਤੇ ਚਿਰਕੀ ਮਠਿਆਈ ਮਿਲੀ। ਜੋ ਘੋੜਿਆਂ ਨੂੰ ਘਾਹ ਮਿਲਿਆ ਉਹ ਗਿੱਲਾ ਤੇ ਚਿੱਬਿਆ ਹੋਇਆ ਮਿਲਿਆ। ਫਿਰ ਉਸ ਰਾਜੇ ਨੇ ਉਸ ਕੀੜੀ ਨੂੰ ਕਿਹਾ ਕਿ ਇੱਕ ਗੱਲ ਸੁਣ, ਸਾਨੂੰ ਜੋ ਖਾਣ ਨੂੰ ਮਿਲਿਆ ਹੈ ਸੋ ਠੰਡਾ ਤੇ ਚਿਰਖਾ ਮਿਲਿਆ ਹੈ, ਤੇ ਘੋੜਿਆਂ ਨੂੰ ਜੋ ਦਾਣਾ ਘਾਸ ਮਿਲਿਆ ਹੈ ਸੋ ਗਿੱਲਾ ਤੇ ਚਿੱਬਿਆ ਹੋਇਆ ਮਿਲਿਆ ਹੈ। ਇਹ ਕਿਹਾ ਹੈ। ਫਿਰ ਉਸ ਕੀੜੀ ਨੇ ਉਸ ਰਾਜੇ ਨੂੰ ਕਿਹਾ ਕਿ ਸੁਣ ਰਾਜਾ, ਇਸ ਰਸਤੇ ਵਿੱਚ ਅੱਗੇ ਵੀ ਇੱਕ ਰਾਜਾ ਆਇਆ ਸੀ ਤੇ ਉਸ ਦੀ ਵੀ ਰੋਟੀ ਮੈਂ ਕੀਤੀ ਸੀ। ਉਸ ਤੋਂ ਜੋ ਬਚ ਗਿਆ ਸੀ ਸੋ ਮੈਂ ਤੇਰੇ ਲਸ਼ਕਰ ਨੂੰ ਪਰੋਸਿਆ ਹੈ। ਜੋ ਉਸ ਦੇ ਘੋੜਿਆਂ ਤੋਂ ਦਾਣਾ ਕਾ ਵੱਧ ਗਿਆ ਸੀ ਸੋ ਤੇਰੀਆਂ ਘੋੜੀਆਂ ਨੂੰ ਪਾਇਆ ਹੈ। ਫਿਰ ਉਹ ਰਾਜਾ ਉੱਠ ਕੇ ਦੇਖਣ ਗਿਆ ਤਾਂ ਰਾਜਾ ਦੇਖੇ ਕਿ ਕਈ ਕੋਠੇ ਭਰੇ ਪਏ ਹਨ।
ਫਿਰ ਰਾਜੇ ਦਾ ਅਭਿਮਾਨ ਦੂਰ ਹੋ ਗਿਆ ਤੇ ਰਾਜੇ ਨੇ ਕਿਹਾ, ਪਰਮੇਸ਼ਰ ਜੀ, ਐਸੇ ਐਸੇ ਵੀ ਰਾਜੇ ਹੋ ਚੁੱਕੇ ਹਨ, ਮੈਂ ਤਾਂ ਕੀ ਚੀਜ਼ ਹਾਂ। ਇਹ ਕਹਿ ਕੇ ਰਾਜਾ ਆਪਣੇ ਘਰ ਨੂੰ ਵਾਪਸ ਆ ਗਿਆ। ਜਦੋਂ ਇਹ ਪ੍ਰਸੰਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਤਾਂ ਭਾਈ ਮਰਦਾਨੇ ਜੀ ਨੇ ਆਖਿਆ, ਗੁਰੂ ਜੀ, ਐਡੇ ਵੱਡੇ ਲਸ਼ਕਰ ਵਾਲੇ ਰਾਜੇ ਹੋ ਪਰਤੇ ਹਨ ਅਤੇ ਮਹਾਰਾਜ ਜੀ ਉਹ ਸਭ ਲਸ਼ਕਰ ਮਿੱਟੀ ਹੋ ਗਏ ਹੈ। ਇਹਨਾਂ ਦੀ ਤਾਬਿਆ ਲੱਖ ਲੱਖ ਕੂਣੀਆਂ ਸੈਨਾ ਹੋ ਚੁੱਕੀ ਹੈ, ਜੇ ਉਹ ਵੀ ਕਾਲ ਦੇ ਬਸ ਹੋ ਗਏ ਹਨ ਜੀ। ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆਂ, ਇਹ ਜੋ ਲਸ਼ਕਰ ਕਾਟਕ ਬਾਜੇ ਪਾਲਕੀਆਂ ਘੋੜੇ ਹਾਥੀ ਹਨ, ਇਹ ਸਭ ਮਿੱਟੀ ਹੋ ਜਾਂਦੇ ਹਨ, ਅੰਤ ਨੂੰ ਮਿੱਟੀ ਦੀ ਢੇਰੀ ਹੋ ਜਾਵੇਗੀ। ਫਿਰ ਭਾਈ ਮਰਦਾਨੇ ਜੀ ਨੇ ਗੁਰੂ ਜੀ ਨੂੰ ਆਖਿਆ, ਗੁਰੂ ਜੀ, ਤੇਰੀਆਂ ਤੂੰ ਹੀ ਜਾਣੇ। ਫਿਰ ਭਾਈ ਮਰਦਾਨੇ ਜੀ ਨੇ ਗੁਰੂ ਜੀ ਦੇ ਪੈਰੀ ਹੱਥ ਲਾਇਆ। ਸਤਨਾਮ ਸ੍ਰੀ ਵਾਹਿਗੁਰੂ ਜੀ।